ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਕਰਦੇ ਹਾਂ ਜੀ ਅੱਜ ਦੀ ਨਵੀਂ ਕਹਾਣੀ ਸ਼ੁਰੂ। ਅਸੀਂ ਬਹੁਤ ਗਰੀਬ ਸੀ, ਪਰ ਫਿਰ ਵੀ ਮੇਰੀ ਭੈਣ ਮੈਨੂੰ ਵਧੀਆ ਤੋਂ ਵਧੀਆ ਖਾਣਾ ਬਣਾ ਕੇ ਖਵਾਉਂਦੀ ਸੀ। ਪਤਾ ਨਹੀਂ ਉਸ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਸੀ। ਅਸੀਂ ਇੱਕ ਸੇਠ ਦੇ ਘਰ ਕੰਮ ਕਰਦੇ ਸੀ। ਉਸ ਸੇਠ ਦੇ ਘਰ ਵਿੱਚ ਸਿਰਫ ਸੇਠਣੀ ਹੀ ਘਰ ਹੁੰਦੀ ਸੀ ਤੇ ਘਰ ਦਾ ਸਾਰਾ ਕੰਮ ਮੈਂ ਕਰਦੀ ਸੀ। ਮੇਰੀ ਭੈਣ ਕਮਰੇ ਵਿੱਚ ਚਲੀ ਜਾਂਦੀ ਤੇ ਕਮਰੇ ਨੂੰ ਬੰਦ ਕਰਕੇ ਕਈ ਘੰਟੇ ਉਸ ਸੇਠਣੀ ਨਾਲ ਹੀ ਰਹਿੰਦੀ ਤੇ ਉਹ ਜਦੋਂ ਬਾਹਰ ਆਉਂਦੀ ਤਾਂ ਪਸੀਨੋ ਵੀ ਲਾਲ। ਇੱਕ ਦਿਨ ਮੈਂ ਉਹਨਾਂ ਨੂੰ ਕਰਦੀਆਂ ਹਨ, ਪਰ ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ। ਮੇਰਾ ਜਨਮ ਇੱਕ ਗਰੀਬ ਘਰ ਵਿੱਚ ਹੋਇਆ ਸੀ ਤੇ ਮੇਰੀ ਭੈਣ ਇੱਕ ਅਮੀਰ ਸੇਠ ਦੇ ਘਰ ਵਿੱਚ ਕੰਮ ਕਰਦੀ ਸੀ। ਸਾਡੇ ਮਾਂ-ਪਿਓ ਨਹੀਂ ਸਨ ਤੇ ਉਹਨਾਂ ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਸੀ। ਮੈਂ ਤੇ ਮੇਰੀ ਭੈਣ ਅਸੀਂ ਦੋਵੇਂ ਇਕੱਲੀਆਂ ਹੀ ਰਹਿੰਦੀਆਂ ਸੀ। ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੇਰੀ ਭੈਣ ਮੈਨੂੰ ਗੁਆਂਢ ਵਿੱਚ ਸਾਡੀ ਚਾਚੀ ਦੇ ਘਰ ਛੱਡ ਕੇ ਆਪ ਕੰਮ ਤੇ ਚਲੀ ਜਾਂਦੀ ਸੀ। ਪਰ ਜਦੋਂ ਮੈਂ 17 ਸਾਲਾਂ ਦੀ ਹੋਈ ਤਾਂ ਮੇਰੀ ਭੈਣ ਮੈਨੂੰ ਆਪਣੇ ਨਾਲ ਕੰਮ ਤੇ ਲੈ ਕੇ ਜਾਂਦੀ ਸੀ। ਮੈਂ ਜਦੋਂ ਦੀਦੀ ਨਾਲ ਕੰਮ ਤੇ ਜਾਂਦੀ ਤਾਂ ਮੈਂ ਦੇਖਦੀ ਕਿ ਉਹ ਬੰਗਲਾ ਬਹੁਤ ਹੀ ਵੱਡਾ ਸੀ ਜਿੱਥੇ ਮੇਰੀ ਭੈਣ ਕੰਮ ਕਰਦੀ ਸੀ। ਉਹ ਇਕੱਲੀ ਹੀ ਕੰਮ ਕਰਦੀ ਸੀ, ਪਰ ਮੈਂ ਕੋਈ ਵੀ ਕੰਮ ਨਹੀਂ ਸੀ ਕਰਦੀ। ਪਰ ਅੱਜ ਜਿਹੜੇ ਬੰਗਲੇ ਵਿੱਚ ਮੇਰੀ ਭੈਣ ਮੈਨੂੰ ਲੈ ਕੇ ਗਈ ਸੀ ਉਹ ਕੋਈ ਦੂਜਾ ਬੰਗਲਾ ਸੀ। ਮੈਂ ਜਦੋਂ ਪੁੱਛਿਆ ਕਿ ਦੀਦੀ ਤੁਸੀਂ ਤਾਂ ਪਹਿਲਾਂ ਦੂਸਰੇ ਬੰਗਲੇ ਵਿੱਚ ਕੰਮ ਕਰਦੇ ਸੀ, ਅੱਜ ਇਹ ਤਾਂ ਨਵਾਂ ਹੀ ਬੰਗਲਾ ਹੈ, ਤਾਂ ਉਹ ਮੈਨੂੰ ਕਹਿਣ ਲੱਗੀ ਕਿ ਇਸ ਬੰਗਲੇ ਦੀ ਮਾਲਕਣ ਵੱਧ ਪੈਸੇ ਦਿੰਦੀ ਹੈ। ਜਦੋਂ ਮੈਨੂੰ ਦੀਦੀ ਉਸ ਬੰਗਲੇ ਵਿੱਚ ਲੈ ਕੇ ਗਈ ਤਾਂ ਉਸ ਬੰਗਲੇ ਦੀ ਮਾਲਕਣ ਲਾਉਣ ਵਿੱਚ ਬੈਠੀ ਹੋਈ ਸੀ ਤੇ ਮੇਰੀ ਦੀਦੀ ਨੂੰ ਦੇਖ ਕੇ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਖੁਸ਼ੀ ਸੀ ਤੇ ਫਿਰ ਉਹ ਅਜੀਬ ਜਿਹੀ ਹਾਸੀ ਹੱਸ ਰਹੀ ਸੀ। ਉਸਨੇ ਮੈਨੂੰ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਅਜੀਬ ਜਿਹੀ ਨਿਗਾਹ ਨਾਲ ਦੇਖਿਆ, ਪਰ ਮੈਨੂੰ ਉਸਦਾ ਇਸ ਤਰ੍ਹਾਂ ਦੇਖਣਾ ਕੁਝ ਚੰਗਾ ਨਾ ਲੱਗਿਆ ਤੇ ਮੇਰੀ ਭੈਣ ਉਸਨੂੰ ਕਹਿਣ ਲੱਗੀ ਕਿ ਹੁਣ ਅਸੀਂ ਦੋਵੇਂ ਹੀ ਕੰਮ ਕਰਿਆ ਕਰਾਂਗੇ। ਇਹ ਮੇਰੀ ਭੈਣ ਹੈ ਤੇ ਇਹ ਮੇਰੇ ਨਾਲ ਹੀ ਕੰਮ ਕਰੇਗੀ। ਇਹ ਸੁਣ ਕੇ ਉਹ ਸੇਠਣੀ ਹੋਰ ਵੀ ਖੁਸ਼ ਹੋ ਗਈ ਤੇ ਕਹਿੰਦੀ ਇਹ ਤਾਂ ਬਹੁਤ ਵਧੀਆ ਕੀਤਾ ਤੂੰ। ਫਿਰ ਮੇਰੀ ਦੀਦੀ ਨੇ ਮੈਨੂੰ ਝਾੜੂ ਫੜਾ ਦਿੱਤਾ ਤੇ ਮੈਨੂੰ ਕਹਿੰਦੀ ਕਿ ਤੂੰ ਝਾੜੂ ਪੋਚਾ ਲਗਾ ਦੇ ਤੇ ਨਾਲੇ ਤੂੰ ਰਸੋਈ ਸਾਫ਼ ਕਰ ਦੇਵੀਂ, ਫਿਰ ਮੈਂ ਤੈਨੂੰ ਦੂਜਾ ਕੰਮ ਦੱਸਾਂਗੀ। ਮੈਨੂੰ ਕੰਮ ਦੱਸ ਕੇ ਦੀਦੀ ਸੇਠਣੀ ਦੇ ਕੋਲ ਬੈਠ ਗਈ ਤਾਂ ਸੇਠਣੀ ਨੇ ਅਜੀਬ ਜਿਹੀ ਹੱਸ ਕੇ ਉਸਨੂੰ ਇੱਕ ਕਮਰੇ ਵੱਲ ਇਸ਼ਾਰਾ ਕਰਕੇ ਉਸ ਕਮਰੇ ਵਿੱਚ ਮੇਰੀ ਭੈਣ ਨੂੰ ਨਾਲ ਹੀ ਲੈ ਗਏ ਤੇ ਉਹ ਦੋਵੇਂ ਇੱਕ ਕਮਰੇ ਵਿੱਚ ਚਲੀਆਂ ਗਈਆਂ ਤੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ। ਮੈਂ ਝਾੜੂ ਚੱਕਿਆ ਤੇ ਪੂਰੇ ਬੰਗਲੇ ਨੂੰ ਦੇਖਿਆ। ਬੰਗਲਾ ਬਹੁਤ ਵੱਡਾ ਸੀ ਤੇ ਮੇਰੇ ਇਕੱਲੀ ਲਈ ਝਾੜੂ ਪੋਚਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਮੈਨੂੰ ਤਾਂ ਸਫਾਈ ਕਰਨ ਦਾ ਢੰਗ ਵੀ ਨਹੀਂ ਸੀ ਤੇ ਮੈਂ ਕਦੇ ਝਾੜੂ ਪੋਚਾ ਵੀ ਨਹੀਂ ਸੀ ਲਗਾਇਆ। ਮੈਨੂੰ ਝਾੜੂ ਪੋਚਾ ਕਰਦੇ ਹੋਏ 2 ਘੰਟੇ ਲੱਗ ਗਏ, ਪਰ ਮੇਰੀ ਭੈਣ ਤੇ ਉਹ ਘਰ ਦੀ ਮਾਲਕਣ ਕਮਰੇ ਵਿੱਚੋਂ ਬਾਹਰ ਨਹੀਂ ਸੀ ਆਈਆਂ। ਮੈਂ ਸਾਰੇ ਘਰ ਨੂੰ ਤਾਂ ਸਾਫ਼ ਕਰ ਦਿੱਤਾ ਤੇ ਇੱਕ ਰਸੋਈ ਸਾਫ਼ ਕਰਨ ਵਾਲੀ ਰਹਿੰਦੀ ਸੀ। ਜਦੋਂ ਮੈਂ ਕਿਚਨ ਦੇ ਵਿੱਚ ਆਈ ਤਾਂ ਕਿਚਨ ਦਾ ਬੁਰਾ ਹਾਲ ਸੀ। ਉਧਰੋਂ ਮੈਂ ਵੀ ਪੂਰੀ ਤਰ੍ਹਾਂ ਥੱਕ ਗਈ ਸੀ। ਪਹਿਲਾਂ ਮੈਂ ਬਰਤਨ ਸਾਫ਼ ਕਰਨ ਲੱਗੀ ਤੇ ਉਸ ਤੋਂ ਬਾਅਦ ਮੈਂ ਪੂਰੀ ਰਸੋਈ ਨੂੰ ਸਾਫ਼ ਕਰ ਦਿੱਤਾ। ਜਦੋਂ ਮੈਂ ਸਾਰਾ ਕੰਮ ਖਤਮ ਕਰ ਦਿੱਤਾ ਤਾਂ ਮੈਂ ਥੱਕ ਕੇ ਬੈਠ ਗਈ ਤੇ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਤਾਂ ਸਾਰਾ ਘਰ ਸਾਫ਼ ਕਰ ਦਿੱਤਾ ਤੇ ਉਹ ਦੋਵੇਂ ਕਮਰੇ ਵਿੱਚ ਕੀ ਕਰ ਰਹੀਆਂ ਨੇ। ਸਾਨੂੰ ਉਸ ਘਰ ਵਿੱਚ ਆਈਆਂ ਨੂੰ ਤਕਰੀਬਨ 3 ਘੰਟੇ ਤੋਂ ਉੱਪਰ ਟਾਈਮ ਹੋ ਗਿਆ ਸੀ। ਮੈਂ ਤਾਂ ਪਰੇਸ਼ਾਨ ਸੀ ਕਿ ਦੀਦੀ ਕਮਰੇ ਵਿੱਚ ਕੀ ਕਰ ਰਹੀ ਆ। ਪੂਰੇ 3.5 ਘੰਟਿਆਂ ਤੋਂ ਉਹਨਾਂ ਨੇ ਕਮਰੇ ਦਾ ਗੇਟ ਖੋਲ੍ਹਿਆ। ਜਦੋਂ ਮੇਰੀ ਭੈਣ ਬਾਹਰ ਆਈ ਤਾਂ ਉਸਦੀ ਹਾਲਤ ਬੁਰੀ ਤਰ੍ਹਾਂ ਸੀ। ਉਹ ਪਸੀਨੇ ਨਾਲ ਭਿੱਜੀ ਹੋਈ ਸੀ, ਜਿਵੇਂ ਉਸਨੇ ਕਾਫੀ ਜ਼ੋਰ ਦਾ ਕੰਮ ਕੀਤਾ ਹੋਵੇ। ਉਸਨੇ ਮੈਨੂੰ ਦੇਖ ਕੇ ਕਿਹਾ ਕਿ ਤੂੰ ਇੱਥੇ ਹੀ ਬੈਠ, ਮੈਂ ਹੁਣੇ ਆਈ। ਫਿਰ ਬਾਹਰੋਂ ਭੈਣ ਆਈ ਤਾਂ ਉਸਦੀਆਂ ਅੱਖਾਂ ਵੀ ਲਾਲ ਸਨ ਤੇ ਉਸਦੇ ਕੱਪੜੇ ਵੀ ਬਹੁਤ ਜ਼ਿਆਦਾ ਖਰਾਬ ਹੋਏ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸਨੇ ਤਾਂ ਬਹੁਤ ਹੀ ਜ਼ੋਰ ਨਾਲ ਕੰਮ ਕੀਤਾ ਹੋਵੇਗਾ। ਘਰ ਦੀ ਸਫਾਈ ਤਾਂ ਮੈਂ ਕਰੀ ਸੀ, ਪਰ ਉਸਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਦੀਦੀ ਨੇ ਤਾਂ ਬਹੁਤ ਜ਼ਿਆਦਾ ਕੰਮ ਕੀਤਾ ਸੀ। ਉਸਨੇ ਅਜਿਹਾ ਕਿਹੜਾ ਕੰਮ ਕਰਿਆ ਸੀ ਜਿਸ ਨਾਲ ਉਸਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਸੀ। ਫਿਰ ਮੇਰੀ ਭੈਣ ਮੈਨੂੰ ਉਸ ਬੰਗਲੇ ਵਿੱਚੋਂ ਲੈ ਕੇ ਸਾਡੇ ਘਰ ਆ ਗਈ ਤੇ ਘਰ ਆਉਂਦਿਆਂ ਸਾਰ ਉਹ ਕਮਰੇ ਵਿੱਚ ਚਲੀ ਗਈ ਤੇ ਕਮਰੇ ਦਾ ਗੇਟ ਬੰਦ ਕਰ ਲਿਆ। ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ। ਘਰ ਵਿੱਚ ਖਾਣ ਨੂੰ ਵੀ ਕੁਝ ਨਹੀਂ ਸੀ। ਕੰਮ ਕਰਕੇ ਮੇਰਾ ਤਾਂ ਬੁਰਾ ਹਾਲ ਹੋ ਗਿਆ ਸੀ। ਮੈਂ ਗੇਟ ਖੜਕਾਇਆ ਤੇ ਕਿਹਾ ਕਿ ਦੀਦੀ ਮੈਨੂੰ ਬਹੁਤ ਭੁੱਖ ਲੱਗੀ ਆ, ਮੇਰੇ ਲਈ ਕੁਝ ਖਾਣ ਨੂੰ ਬਣਾ ਕੇ ਦੇ।
ਦੀਦੀ ਨੇ ਕਿਹਾ ਕਿ ਤੂੰ ਚਾਚੀ ਦੇ ਘਰੋਂ ਸਬਜ਼ੀ ਲੈ ਆ, ਮੈਂ ਫੁਲਕੇ ਬਣਾ ਦਿੰਦੀ ਹਾਂ। ਮੈਂ ਕੌਲੀ ਚੱਕ ਕੇ ਚਾਚੀ ਦੇ ਘਰ ਸਬਜ਼ੀ ਲੈਣ ਚਲੀ ਗਈ। ਮੈਂ ਸਬਜ਼ੀ ਲੈ ਕੇ ਆਈ ਤਾਂ ਦੀਦੀ ਨੇ ਰੋਟੀਆਂ ਬਣਾ ਲਈਆਂ ਸਨ। ਅਸੀਂ ਦੋਵਾਂ ਨੇ ਰੋਟੀ ਖਾਧੀ ਤੇ ਫਿਰ ਸੌਂ ਗਈਆਂ। ਅਗਲੇ ਦਿਨ ਮੇਰੀ ਦੀਦੀ ਨੇ ਪਨੀਰ ਦੀ ਸਬਜ਼ੀ ਬਣਾਈ। ਸਬਜ਼ੀ ਨੂੰ ਦੇਖ ਕੇ ਮੈਂ ਖੁਸ਼ ਹੋ ਗਈ ਕਿਉਂਕਿ ਮੈਨੂੰ ਪਨੀਰ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਲੱਗਦੀ ਸੀ। ਅਸੀਂ ਦੋਵਾਂ ਨੇ ਰੱਜ ਕੇ ਰੋਟੀ ਖਾਧੀ ਤੇ ਫਿਰ ਸਬਜ਼ੀ ਬਚ ਗਈ ਤੇ ਦੀਦੀ ਨੇ ਕਿਹਾ ਕਿ ਜਦੋਂ ਕੰਮ ਤੋਂ ਵਾਪਸ ਆਈਆਂ ਤਾਂ ਇਹ ਸਬਜ਼ੀ ਨਾਲ ਰੋਟੀ ਖਾ ਲਵਾਂਗੇ। ਮੈਂ ਤੇ ਮੇਰੀ ਦੀਦੀ ਨੇ ਕਿਹਾ ਕਿ ਚੱਲ ਹੁਣ ਆਪਾਂ ਕੰਮ ਤੇ ਚੱਲੀਏ, ਪਰ ਮੈਂ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੇ ਤੋਂ ਕੰਮ ਨਹੀਂ ਹੁੰਦਾ। ਤਾਂ ਦੀਦੀ ਨੇ ਕਿਹਾ ਕਿ ਹੁਣ ਤਾਂ ਤੂੰ ਵੱਡੀ ਹੋ ਗਈ ਆ, ਕੰਮ ਤਾਂ ਤੈਨੂੰ ਕਰਨਾ ਹੀ ਪਵੇਗਾ। ਜੇ ਤੂੰ ਹੁਣ ਤੋਂ ਕੰਮ ਕਰਨ ਦੀ ਆਦਤ ਪਾਵੇਂਗੀ ਫੇਰ ਹੀ ਤੈਨੂੰ ਇਹਨਾਂ ਕੰਮ ਕਰਨਾ ਸੌਖਾ ਲੱਗੇਗਾ, ਕਿਉਂਕਿ ਇਹੀ ਕੰਮ ਤੈਨੂੰ ਕਰਨਾ ਪਵੇਗਾ। ਫਿਰ ਜਾ ਕੇ ਹੀ ਘਰ ਦਾ ਖਰਚਾ ਚੱਲੇਗਾ। ਮੈਂ ਇਕੱਲੀ ਕਿਵੇਂ ਘਰ ਦਾ ਖਰਚਾ ਪੂਰਾ ਕਰਾਂਗੀ ਤੇ ਤੈਨੂੰ ਤਾਂ ਮੇਰੇ ਨਾਲ ਕੰਮ ਕਰਨਾ ਹੀ ਪਵੇਗਾ। ਮੈਂ ਆਪਣੇ ਦਿਲ ਦੀ ਗੱਲ ਦੀਦੀ ਦੀ ਗੱਲ ਸੁਣ ਕੇ ਚੁੱਪ ਹੋ ਗਈ ਤੇ ਉਸ ਦੇ ਨਾਲ ਕੰਮ ਤੇ ਚਲੀ ਗਈ। ਤੇ ਦੀਦੀ ਉਸ ਘਰ ਦੀ ਮਾਲਕਿਨ ਕਮਰੇ ਵਿੱਚ ਬੰਦ ਹੋ ਕੇ ਪਤਾ ਨਹੀਂ ਕੀ ਕਰਦੀ ਸੀ। ਮੈਂ ਉਸ ਨੂੰ ਇੱਕ ਦਿਨ ਕਹਿ ਹੀ ਦਿੱਤਾ ਕਿ ਮੈਂ ਤਾਂ ਕੰਮ ਕਰਕੇ ਹੀ ਥੱਕ ਜਾਂਦੀ ਹਾਂ, ਤੁਸੀਂ ਬਿਨਾਂ ਕੰਮ ਕਰੇ ਹੀ ਤੁਹਾਡੀ ਹਾਲਤ ਇਸ ਤਰ੍ਹਾਂ ਦੀ ਕਿਉਂ ਹੋ ਜਾਂਦੀ ਹੈ। ਤਾਂ ਮੇਰੀ ਗੱਲ ਸੁਣ ਕੇ ਮੇਰੀ ਭੈਣ ਕਹਿਣ ਲੱਗੀ ਕਿ ਮੈਂ ਵੀ ਕੰਮ ਕਰਦੀ ਹਾਂ, ਮੈਂ ਉੱਥੇ ਆਰਾਮ ਕਰਨ ਲਈ ਥੋੜਾ ਜਾਂਦੀ ਹਾਂ। ਤਾਂ ਉਹ ਮੈਨੂੰ ਕਹਿਣ ਲੱਗੀ ਕਿ ਇਹ ਤਾਂ ਹੁਣ ਮੇਰੀ ਮਜਬੂਰੀ ਬਣ ਗਿਆ ਹੈ। ਮੈਨੂੰ ਹੀ ਪਤਾ ਹੈ ਕਿ ਮੈਂ ਕਿਵੇਂ ਉਸ ਕਮਰੇ ਵਿੱਚ ਰਹਿੰਦੀ ਹਾਂ। ਗਰੀਬੀ ਬੰਦੇ ਤੋਂ ਕੁਝ ਵੀ ਕਰਵਾ ਸਕਦੀ ਹੈ। ਗਰੀਬੀ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈ। ਜਿਸ ਨੂੰ ਲੱਗ ਜਾਂਦੀ ਹੈ ਉਹੀ ਜਾਣਦਾ ਹੈ ਇਸ ਦੇ ਦੁੱਖ ਨੂੰ। ਉਸ ਨੂੰ ਹੀ ਪਤਾ ਹੁੰਦਾ ਕਿ ਗਰੀਬੀ ਵਿੱਚ ਕਿੰਨਾ ਕੁ ਰਹਿਣਾ ਸੌਖਾ ਹੈ। ਮੇਰੀ ਦੀਦੀ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਸੀ, ਪਰ ਹੁਣ ਉਸਦੀ ਖੂਬਸੂਰਤੀ ਦਿਨੋਂ ਦਿਨ ਘਟਦੀ ਜਾ ਰਹੀ ਸੀ। ਮੇਰੀ ਦੀਦੀ ਮੈਨੂੰ ਤਾਂ ਢਿੱਡ ਭਰ ਕੇ ਖਵਾਉਂਦੀ ਸੀ, ਪਰ ਆਪ ਜੋ ਬਚਿਆ ਖਾਣਾ ਹੁੰਦਾ ਸੀ ਉਹੀ ਖਾਂਦੀ ਸੀ। ਮੈਨੂੰ ਤਾਂ ਦੀਦੀ ਮੇਰੀਆਂ ਮਨਪਸੰਦ ਦੀ ਸਬਜ਼ੀ ਹਰ ਰੋਜ਼ ਬਣਾ ਕੇ ਦਿੰਦੀ। ਮੇਰੇ ਲਈ ਤਾਂ ਸ਼ਾਇਦ ਗਰੀਬੀ ਸਾਡੇ ਤੇ ਆਈ ਹੀ ਨਹੀਂ ਸੀ। ਇਸ ਤਰ੍ਹਾਂ ਜਾਪਦਾ ਸੀ ਕਿ ਮੇਰੀ ਦੀਦੀ ਨੂੰ ਹੀ ਪਤਾ ਸੀ ਕਿ ਉਹ ਕਿਵੇਂ ਘਰ ਚਲਾਉਂਦੀ ਹੈ। ਇਹ ਸਿਲਸਿਲਾ ਹਰ ਰੋਜ਼ ਦਾ ਹੀ ਬਣ ਗਿਆ ਸੀ ਕਿ ਅਸੀਂ ਕੰਮ ਤੇ ਜਾਂਦੀਆਂ ਤਾਂ ਮੇਰੀ ਦੀਦੀ ਚੁੱਪਚਾਪ ਉਸ ਕਮਰੇ ਵਿੱਚ ਬੰਦ ਹੋ ਜਾਂਦੀ ਸੀ। ਅੱਜ ਜਦੋਂ ਉਸ ਕੰਮ ਕਰਨ ਲਈ ਅਸੀਂ ਉੱਥੇ ਗਈਆਂ ਤਾਂ ਮੈਂ ਝਾੜੂ ਪੋਚਾ ਕਰਨ ਚਲੀ ਗਈ ਤੇ ਦੀਦੀ ਕਮਰੇ ਵਿੱਚ ਚਲੀ ਗਈ। ਪਰ ਮੇਰੇ ਤੋਂ ਅੱਜ ਕੰਮ ਨਹੀਂ ਸੀ ਹੋ ਰਿਹਾ। ਮੈਂ ਥੋੜਾ ਬਹੁਤਾ ਹੀ ਕੰਮ ਕਰਿਆ ਤੇ ਜਾ ਕੇ ਉਸ ਕਮਰੇ ਦੇ ਗੇਟ ਅੱਗੇ ਖੜ ਗਈ। ਮੈਂ ਦੇਖ ਰਹੀ ਸੀ ਕਿ ਉਸ ਕਮਰੇ ਦੀ ਕੋਈ ਨਾ ਕੋਈ ਖਿੜਕੀ ਜ਼ਰੂਰ ਹੋਵੇਗੀ, ਪਰ ਮੈਨੂੰ ਕਿਤੋਂ ਵੀ ਕੋਈ ਨਾ ਰੌਸ਼ਨਦਾਨ ਤੇ ਨਾ ਹੀ ਕੋਈ ਖਿੜਕੀ ਲੱਭੀ। ਫਿਰ ਮੈਂ ਲੌਕ ਵਾਲੀ ਹੋਲ ਵਿੱਚੋਂ ਦੀ ਦੇਖਿਆ ਤਾਂ ਕਮਰੇ ਵਿੱਚ ਹਨੇਰ ਘੁੱਪ ਸੀ। ਅੰਦਰੋਂ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਇੱਕ ਛੋਟਾ ਜਿਹਾ ਬਲਬ ਜਗ ਰਿਹਾ ਸੀ ਜਿਸ ਦੀ ਮੱਧਮ ਜਿਹੀ ਰੌਸ਼ਨੀ ਸੀ। ਮੈਂ ਉੱਥੇ ਖੜੀ ਕਿੰਨਾ ਟਾਈਮ ਹੀ ਦੇਖਦੀ ਰਹੀ। ਫਿਰ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੇਰੇ ਪਿੱਛੇ ਕੋਈ ਖੜਾ ਹੈ, ਪਰ ਮੈਂ ਮੁੜ ਕੇ ਨਾ ਦੇਖਿਆ। ਮੇਰੀ ਕੋਸ਼ਿਸ਼ ਇਹ ਹੀ ਸੀ ਕਿ ਮੈਨੂੰ ਅੰਦਰੋਂ ਕੁਝ ਨਾ ਕੁਝ ਦਿਖਾਈ ਦੇਵੇ, ਪਰ ਮੈਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਫਿਰ ਜਦੋਂ ਪਿੱਛੋਂ ਮੇਰੇ ਮੋਢੇ ਉੱਪਰ ਕਿਸੇ ਨੇ ਹੱਥ ਰੱਖਿਆ ਤਾਂ ਮੈਂ ਡਰ ਗਈ ਤੇ ਇੱਕਦਮ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਲੜਕਾ ਖੜਾ ਸੀ। ਉਸ ਦੀ ਉਮਰ ਤਕਰੀਬਨ 18 ਕੁ ਸਾਲ ਦੀ ਹੋਵੇਗੀ। ਮੈਂ ਤਾਂ ਬੇਫਿਕਰ ਸੀ ਕਿ ਉਸ ਮਾਲਕਣ ਤੋਂ ਬਿਨਾਂ ਇਸ ਘਰ ਵਿੱਚ ਕੋਈ ਹੋਰ ਨਹੀਂ ਰਹਿੰਦਾ ਤੇ ਮੈਂ ਬੇਫਿਕਰ ਹੋ ਕੇ ਕਮਰੇ ਵਿੱਚ ਦੇਖ ਰਹੀ ਸੀ। ਉਸ ਮੁੰਡੇ ਨੇ ਮੈਨੂੰ ਪੁੱਛਿਆ ਕਿ ਤੂੰ ਮੇਰੀ ਮਾਂ ਦੇ ਕਮਰੇ ਵਿੱਚੋਂ ਕੀ ਦੇਖ ਰਹੀ ਹੈ? ਇਸ ਤਰ੍ਹਾਂ ਚੋਰੀ ਚੋਰੀ ਕਿਸੇ ਦੇ ਕਮਰੇ ਵਿੱਚ ਦੇਖਣਾ ਠੀਕ ਨਹੀਂ। ਜਦੋਂ ਉਸਨੇ ਮਾਂ ਕਿਹਾ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਘਰ ਦੀ ਮਾਲਕਣ ਦਾ ਹੀ ਬੇਟਾ ਹੈ। ਉਸ ਦੀ ਸ਼ਕਲ ਮਾਲਕਣ ਵਰਗੀ ਹੀ ਲੱਗਦੀ ਸੀ। ਮੇਰੇ ਤੋਂ ਡਰ ਕਾਰਨ ਕੁਝ ਵੀ ਨਾ ਬੋਲਿਆ ਗਿਆ। ਫਿਰ ਉਸਨੇ ਮੇਰੀ ਬਾਂਹ ਫੜੀ ਤੇ ਮੈਨੂੰ ਇੱਕ ਕਮਰੇ ਵਿੱਚ ਲੈ ਗਿਆ ਤੇ ਮੈਨੂੰ ਕਹਿੰਦਾ ਤੇ ਆਪ ਮੇਰੇ ਸਾਹਮਣੇ ਕਮਰੇ ਵਿੱਚ ਪਏ ਸੋਫੇ ਤੇ ਬੈਠ ਗਿਆ ਤੇ ਮੈਨੂੰ ਕਹਿੰਦਾ ਕਿ ਮੇਰੇ ਪੈਰਾਂ ਵਿੱਚੋਂ ਬੂਟ ਲਾ ਦੇ। ਮੈਂ ਹੈਰਾਨ ਸੀ। ਮੈਂ ਉਸ ਘਰ ਵਿੱਚ ਝਾੜੂ ਪੋਚੇ ਦਾ ਕੰਮ ਜ਼ਰੂਰ ਕਰਦੀ ਸੀ, ਪਰ ਇਸ ਤਰ੍ਹਾਂ ਦਾ ਕੰਮ ਮੈਂ ਵੀ ਨਹੀਂ ਸੀ ਕਰਨਾ ਚਾਹੁੰਦੀ। ਫਿਰ ਉਸਨੇ ਮੈਨੂੰ ਉੱਚੀ ਉੱਚੀ ਆਵਾਜ਼ ਵਿੱਚ ਕਿਹਾ ਕਿ ਤੈਨੂੰ ਸੁਣਾਈ ਨਹੀਂ ਦਿੰਦਾ ਮੈਂ ਕੀ ਕਿਹਾ ਹੈ? ਤੂੰ ਮੇਰੇ ਬੂਟ ਲਾ। ਮੈਂ ਡਰਦੀ ਡਰਦੀ ਕੰਮ ਦੇ ਹੱਥਾਂ ਨਾਲ ਉਸਦੇ ਬੂਟ ਲਾ ਦਿੱਤੇ ਤੇ ਫਿਰ ਮੈਂ ਦੂਸਰੇ ਕਮਰੇ ਵਿੱਚ ਪੋਚਾ ਲਗਾਉਣ ਲੱਗ ਪਈ ਤਾਂ ਉਹ ਮੇਰੇ ਪਿੱਛੇ ਪਿੱਛੇ ਉਸ ਕਮਰੇ ਵਿੱਚ ਆ ਗਿਆ ਤੇ ਆਉਂਦਿਆਂ ਸਾਰ ਹੀ ਉਸਨੇ ਕਮਰੇ ਦਾ ਗੇਟ ਬੰਦ ਕਰ ਲਿਆ। ਮੇਰਾ ਡਰ ਕਾਰਨ ਬੁਰਾ ਹਾਲ ਸੀ। ਉਹ ਵੀ ਇੱਕ ਜਵਾਨ ਮੁੰਡਾ ਸੀ ਤੇ ਉਸਨੇ ਇਸ ਤਰ੍ਹਾਂ ਕਿਉਂ ਗੇਟ ਬੰਦ ਕਰਿਆ? ਉਹ ਜਿਉਂ-ਜਿਉਂ ਮੇਰੇ ਵੱਲ ਵਧ ਰਿਹਾ ਸੀ ਉਵੇਂ-ਉਵੇਂ ਮੇਰਾ ਦਿਲ ਘਬਰਾ ਰਿਹਾ ਸੀ। ਮੈਨੂੰ ਲੱਗਦਾ ਸੀ ਉਸਦੇ ਮੈਨੂੰ ਹੱਥ ਲਗਾਉਣ ਤੋਂ ਪਹਿਲਾਂ ਮੇਰੀ ਮੌਤ ਹੀ ਆ ਜਾਵੇ।
ਜਿਉਂ ਹੀ ਉਹ ਮੇਰੇ ਨੇੜੇ ਆਇਆ ਤਾਂ ਉਹਨੇ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ। ਉਸਨੇ ਮੈਨੂੰ ਜਿਉਂ ਹੀ ਹੱਥ ਲਾਇਆ ਤਾਂ ਮੈਂ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਤਾਂ ਉਸਨੇ ਮੇਰਾ ਮੂੰਹ ਆਪਣੇ ਹੱਥ ਨਾਲ ਬੰਦ ਕਰ ਲਿਆ ਅਤੇ ਕਿਹਾ, ਮੈਂ ਤੇਰਾ ਗਲਾ ਘੁੱਟ ਦੇਵਾਂਗਾ ਜੇ ਤੂੰ ਹੁਣ ਰੌਲਾ ਪਾਇਆ। ਪਰ ਮੇਰੀ ਆਵਾਜ਼ ਫਿਰ ਵੀ ਮੇਰੀ ਭੈਣ ਨੂੰ ਸੁਣਾਈ ਦੇ ਗਈ, ਕਿਉਂਕਿ ਉਸ ਕਮਰੇ ਦੀਆਂ ਖਿੜਕੀਆਂ ਖੁੱਲ੍ਹੀਆਂ ਸੀ ਤੇ ਮੇਰੀ ਆਵਾਜ਼ ਸਾਫ਼-ਸਾਫ਼ ਬਾਹਰ ਜਾ ਰਹੀ ਸੀ। ਤੇ ਮੇਰੀ ਆਵਾਜ਼ ਸੁਣ ਕੇ ਮੇਰੀ ਭੈਣ ਭੱਜੀ ਭੱਜੀ ਆਈ ਤਾਂ ਉਸ ਮੁੰਡੇ ਨੇ ਜਲਦੀ ਗੇਟ ਖੋਲ੍ਹਿਆ ਤੇ ਬਾਹਰ ਚਲਾ ਗਿਆ। ਮੇਰੀ ਭੈਣ ਦੇ ਪਿੱਛੇ ਉਸ ਘਰ ਦੀ ਮਾਲਕਣ ਵੀ ਆਈ ਤਾਂ ਉਸਨੇ ਮੈਨੂੰ ਰੋਂਦਿਆਂ ਹੋਇਆਂ ਦੇਖਿਆ ਤਾਂ ਮੇਰੀ ਭੈਣ ਨੇ ਪੁੱਛਿਆ ਕਿ ਕੀ ਗੱਲ ਹੋ ਗਈ। ਮੈਂ ਮਾਲਕਣ ਤੋਂ ਡਰਦੀ ਕੁਝ ਵੀ ਨਾ ਬੋਲੀ ਤੇ ਝੂਠ ਬੋਲ ਦਿੱਤਾ ਕਿ ਮੇਰੀ ਅੱਖ ਵਿੱਚ ਕੁਝ ਪੈ ਗਿਆ ਤੇ ਉਧਰੋਂ ਛਿਪਕਲੀ ਮੇਰੇ ਉੱਪਰ ਡਿੱਗ ਪਈ। ਪਰ ਮੈਂ ਉਸ ਸਮੇਂ ਕੁਝ ਵੀ ਨਾ ਬੋਲੀ ਤੇ ਫਿਰ ਅਸੀਂ ਘਰ ਆ ਗਈਆਂ। ਜਦੋਂ ਅਸੀਂ ਘਰ ਆਈਆਂ ਤਾਂ ਮੇਰੀ ਭੈਣ ਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਸੱਚ-ਸੱਚ ਦੱਸ ਕਿ ਤੇਰੇ ਨਾਲ ਅੱਜ ਕੀ ਹੋਇਆ ਹੈ। ਮੈਂ ਡਰ ਰਹੀ ਸੀ ਕਿ ਮੇਰੀ ਭੈਣ ਮੈਨੂੰ ਝਿੜਕੇ ਨਾ, ਪਰ ਫਿਰ ਉਸਨੇ ਮੈਨੂੰ ਪਿਆਰ ਨਾਲ ਪੁੱਛਿਆ ਕਿ ਤੂੰ ਮੈਨੂੰ ਸੱਚ-ਸੱਚ ਦੱਸ, ਮੈਂ ਤੇਰੀ ਭੈਣ ਆ ਅਤੇ ਮੈਨੂੰ ਪਤਾ ਹੈ ਕਿ ਤੇਰੇ ਉੱਪਰ ਛਿਪਕਲੀ ਨੇ ਡਿੱਗੀ, ਗੱਲ ਕੁਝ ਹੋਰ ਹੈ। ਫਿਰ ਮੈਂ ਆਪਣੀ ਭੈਣ ਦੇ ਗਲ ਲੱਗ ਕੇ ਰੋਈ ਅਤੇ ਸਾਰੀ ਗੱਲ ਦੱਸ ਦਿੱਤੀ। ਜਦੋਂ ਉਸਨੇ ਮੇਰੀ ਸਾਰੀ ਗੱਲ ਸੁਣੀ ਤਾਂ ਕਿਹਾ ਕਿ ਚੱਲ ਹੁਣੇ ਚੱਲ ਮੇਰੇ ਨਾਲ ਜਾ ਕੇ ਮੈਂ ਉਸ ਦੱਸਦੀ ਹਾਂ ਕਿ ਤੇਰੇ ਮੁੰਡੇ ਨੇ ਕੀ ਕਰਤੂਤ ਕਰੀ ਹੈ। ਪਰ ਮੈਂ ਆਪਣੀ ਭੈਣ ਨੂੰ ਰੋਂਦੇ ਹੋਏ ਕਿਹਾ ਕਿ ਨਹੀਂ, ਜੇਕਰ ਆਪਾਂ ਉਹਨਾਂ ਦੇ ਘਰ ਜਾ ਕੇ ਇਹ ਗੱਲ ਕਹੀ ਤਾਂ ਉਹਨਾਂ ਨੇ ਆਪਣੀ ਗੱਲ ਨੂੰ ਨਹੀਂ ਮੰਨਣਾ ਤੇ ਆਪਾਂ ਨੂੰ ਨੌਕਰੀ ਤੋਂ ਵੀ ਕੱਢ ਦੇਣਗੇ ਤੇ ਆਪਾਂ ਨੂੰ ਤਾਂ ਅੱਗੇ ਹੀ ਪੈਸਿਆਂ ਦੀ ਲੋੜ ਹੈ, ਫਿਰ ਆਪਾਂ ਕਿੱਥੇ ਕੰਮ ਭਾਲਾਂਗੇ। ਤੇ ਮੈਂ ਕਿਹਾ ਕਿ ਜਿਹੜੇ ਜਗ੍ਹਾ ਵਿੱਚ ਆਪਾਂ ਰਹਿ ਰਹੀਆਂ ਹਾਂ ਉਹ ਵੀ ਤਾਂ ਉਹਨਾਂ ਦੀ ਆ ਤੇ ਉਹ ਆਪਾਂ ਨੂੰ ਇੱਥੋਂ ਕੱਢ ਦੇਣਗੇ ਤੇ ਫਿਰ ਆਪਾਂ ਕਿੱਥੇ ਰਹਾਂਗੇ। ਫਿਰ ਮੇਰੀ ਭੈਣ ਨੇ ਕਿਹਾ ਕਿ ਗੱਲ ਤਾਂ ਤੇਰੀ ਠੀਕ ਹੈ, ਪਰ ਤੂੰ ਹੁਣ ਮੇਰੇ ਨਾਲ ਉਸ ਘਰ ਵਿੱਚ ਕੰਮ ਕਰਨ ਕਦੇ ਨਹੀਂ ਜਾਵੇਂਗੀ। ਅਗਲੇ ਦਿਨ ਮੇਰੀ ਭੈਣ ਇਕੱਲੀ ਹੀ ਕੰਮ ਤੇ ਜਾਣ ਲੱਗੀ ਤਾਂ ਮੈਂ ਬਹੁਤ ਜ਼ੋਰ ਲਾਇਆ ਕਿ ਮੈਂ ਵੀ ਤੁਹਾਡੇ ਨਾਲ ਚੱਲਾਂਗੀ। ਪਰ ਮੇਰੀ ਭੈਣ ਨੇ ਮੇਰੀ ਇੱਕ ਵੀ ਗੱਲ ਨਾ ਸੁਣੀ ਤੇ ਕਿਹਾ ਕਿ ਨਹੀਂ, ਤੈਨੂੰ ਉਸ ਘਰ ਵਿੱਚ ਮੈਂ ਨਹੀਂ ਲੈ ਕੇ ਜਾਣਾ। ਮੇਰੀ ਭੈਣ ਨੇ ਇਕੱਲੀ ਹੀ ਉਹਨਾਂ ਦੇ ਘਰ ਕੰਮ ਕਰਨ ਲਈ ਚਲੀ ਗਈ ਅਤੇ 5 ਘੰਟਿਆਂ ਬਾਅਦ ਜਦੋਂ ਵਾਪਸ ਆਈ ਤਾਂ ਉਸਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਉਸਦੇ ਕੱਪੜੇ ਬਹੁਤ ਜ਼ਿਆਦਾ ਗੰਦੇ ਹੋਏ ਪਏ ਸੀ ਅਤੇ ਸਾਰੇ ਉਸਦਾ ਸਰੀਰ ਨੂੰ ਜਦੋਂ ਮੈਂ ਹੱਥ ਲਾਇਆ ਤਾਂ ਬਿਲਕੁਲ ਤਪ ਰਿਹਾ ਸੀ ਅਤੇ ਉਸਨੂੰ ਬਹੁਤ ਜ਼ਿਆਦਾ ਤੇਜ਼ ਬੁਖਾਰ ਸੀ। ਫਿਰ ਮੈਂ ਆਪਣੀ ਭੈਣ ਨੂੰ ਨਾਲ ਲੈ ਕੇ ਡਾਕਟਰ ਕੋਲ ਲੈ ਗਈ ਤਾਂ ਡਾਕਟਰ ਨੇ ਜਦੋਂ ਚੈੱਕਅਪ ਕਰਿਆ ਤਾਂ ਉਸਨੇ ਕਿਹਾ ਕਿ ਇਸ ਨੂੰ ਤਾਂ ਮਲੇਰੀਆ ਹੈ ਤੇ ਦਵਾਈ ਦੇ ਦਿੱਤੀ, ਕਿਹਾ ਕਿ ਠੀਕ ਹੋ ਜਾਵੇਗੀ ਤੇ ਮੇਰੀ ਭੈਣ ਨੂੰ ਆਰਾਮ ਕਰਨ ਲਈ ਕਿਹਾ ਤੇ ਸਰਕਾਰੀ ਹਸਪਤਾਲ ਸੀ ਜਿਸ ਵਿੱਚ ਸਾਡਾ ਕੋਈ ਵੀ ਖਰਚਾ ਨਾ ਹੋਇਆ। ਮੈਂ ਥੋੜਾ ਡਰ ਗਈ ਕਿ ਮੇਰੀ ਭੈਣ ਇੰਨਾ ਬਿਮਾਰ ਹੈ, ਮੇਰਾ ਤਾਂ ਇਸ ਦੁਨੀਆ ਵਿੱਚ ਮੇਰੀ ਭੈਣ ਤੋਂ ਬਿਨਾਂ ਕੋਈ ਨਹੀਂ। ਪਰ ਦਵਾਈ ਡਾਕਟਰ ਨੇ ਬਹੁਤ ਵਧੀਆ ਦਿੱਤੀ ਸੀ। ਅਗਲੀ ਸਵੇਰ ਤੱਕ ਮੇਰੀ ਭੈਣ ਦਾ ਬੁਖਾਰ ਠੀਕ ਹੋ ਗਿਆ ਤੇ ਭੈਣ ਨੇ ਕਿਹਾ ਕਿ ਮੈਂ ਹੁਣ ਠੀਕ ਹਾਂ ਤੇ ਕੰਮ ਤੇ ਜਾਵਾਂਗੀ, ਪਰ ਤੂੰ ਮੇਰੇ ਨਾਲ ਨਹੀਂ ਜਾਵੇਂਗੀ। ਮੈਂ ਆਪਣੀ ਭੈਣ ਨੂੰ ਬਹੁਤ ਮਨਾ ਕਰਿਆ ਪਰ ਫਿਰ ਵੀ ਉਹ ਮੇਰੇ ਰੋਕੇ ਤੇ ਨਾ ਰੁਕੀ ਅਤੇ ਕੰਮ ਦੇ ਲਈ ਚਲੀ ਗਈ ਤੇ ਮੈਂ ਵੀ ਉਸਦੇ ਨਾਲ ਹੀ ਚਲੀ ਗਈ ਤੇ ਮੈਂ ਆਪਣੀ ਭੈਣ ਨੂੰ ਕਿਹਾ ਕਿ ਮੈਂ ਤੁਹਾਨੂੰ ਕੰਮ ਕਰਨ ਨਹੀਂ ਦੇਵਾਂਗੀ ਅਤੇ ਤੁਹਾਡੇ ਨਾਲ ਹੀ ਜਾਵਾਂਗੀ। ਮੈਂ ਆਪਣੀ ਭੈਣ ਨੂੰ ਘਰ ਦੇ ਇੱਕ ਕੋਨੇ ਵਿੱਚ ਬਿਠਾ ਦਿੱਤਾ ਤੇ ਕਿਹਾ ਕਿ ਅੱਜ ਮੈਂ ਸਾਰਾ ਕੰਮ ਖੁਦ ਕਰਾਂਗੀ। ਮੇਰੀ ਭੈਣ ਇੱਕ ਕੋਨੇ ਵਿੱਚ ਬੈਠ ਗਈ। ਮੈਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਅੱਧਾ ਕੰਮ ਕਰ ਦਿੱਤਾ ਤਾਂ ਮੈਂ ਆਪਣੀ ਭੈਣ ਨੂੰ ਦੇਖਣ ਆਈ ਤਾਂ ਉਹ ਉਸੇ ਜਗ੍ਹਾ ਤੇ ਲੰਬੀ ਪਈ ਸੀ। ਸ਼ਾਇਦ ਕਮਜ਼ੋਰੀ ਕਾਰਨ ਉਸ ਤੋਂ ਬੈਠਿਆ ਨਹੀਂ ਸੀ ਜਾ ਰਿਹਾ। ਫਿਰ ਜਦੋਂ ਮੈਂ ਸਾਰਾ ਕੰਮ ਕਰ ਦਿੱਤਾ ਤਾਂ ਉਸ ਘਰ ਦੀ ਮਾਲਕਣ ਨੇ ਕਿਹਾ ਕਿ ਜਿਹੜਾ ਕੰਮ ਤੇਰੀ ਭੈਣ ਕਰਦੀ ਸੀ ਉਹ ਕੌਣ ਕਰੇਗਾ। ਮੈਂ ਕਿਹਾ ਮੈਂ ਕਰਾਂਗੀ। ਜਦੋਂ ਮੈਂ ਉਸਦੇ ਪਿੱਛੇ ਉਸਦੇ ਕਮਰੇ ਵਿੱਚ ਗਈ ਤਾਂ ਮੇਰੀ ਭੈਣ ਵੀ ਮੇਰੇ ਪਿੱਛੇ ਆ ਗਈ ਤੇ ਮੇਰੀ ਬਾਂਹ ਫੜ ਕੇ ਮੈਨੂੰ ਰੋਕ ਲਿਆ ਤੇ ਕਿਹਾ ਕਿ ਤੂੰ ਨਹੀਂ, ਇਹ ਕੰਮ ਨਹੀਂ ਕਰੇਂਗੀ, ਇਹ ਕੰਮ ਤਾਂ ਸਿਰਫ ਮੈਂ ਹੀ ਕਰਾਂਗੀ। ਪਰ ਮੇਰੀ ਭੈਣ ਤੋਂ ਚੱਲਿਆ ਨਹੀਂ ਸੀ ਜਾ ਰਿਹਾ ਤੇ ਉਹ ਮਾਲਕਣ ਦੇ ਨਾਲ ਕਮਰੇ ਵਿੱਚ ਚਲੀ ਗਈ। ਅੱਜ ਉਹ 1.5 ਘੰਟੇ ਬਾਅਦ ਬਾਹਰ ਆਈ ਤਾਂ ਉਸਦੀ ਹਾਲਤ ਉਸ ਤੋਂ ਵੀ ਜ਼ਿਆਦਾ ਖਰਾਬ ਹੋ ਗਈ ਸੀ ਤੇ ਫਿਰ ਮੈਂ ਤੇ ਮੇਰੀ ਭੈਣ ਅਸੀਂ ਆਪਣੇ ਘਰ ਆ ਗਏ। ਮੈਂ ਤਾਂ ਪਰੇਸ਼ਾਨ ਸੀ ਕਿ ਮੇਰੀ ਭੈਣ ਆਖਿਰ ਅਜਿਹਾ ਕਿਹੜਾ ਕੰਮ ਕਰਦੀ ਹੈ ਜਿਸ ਦੇ ਨਾਲ ਸਾਡੀ ਉਸਦੀ ਅਲਮਾਰੀ ਵਿੱਚ 2-2 ਹਜ਼ਾਰ ਦੇ ਕਈ ਨੋਟ ਵੀ ਮੈਂ ਦੇਖੇ ਸਨ। ਮੈਨੂੰ ਮੇਰੀ ਭੈਣ ਤੇ ਸ਼ੱਕ ਸੀ, ਉਹ ਕੋਈ ਨਾ ਕੋਈ ਗਲਤ ਕੰਮ ਜ਼ਰੂਰ ਕਰਦੀ ਹੋਵੇਗੀ। ਇੱਕ ਦਿਨ ਮੈਂ ਉਸਦੀ ਅਲਮਾਰੀ ਖੁੱਲੀ ਪਈ ਸੀ ਤਾਂ ਮੈਂ ਉਸਨੂੰ ਖੋਲ੍ਹ ਕੇ ਦੇਖਿਆ। ਉਸਦੀ ਅਲਮਾਰੀ ਵਿੱਚ ਕੁਝ ਪੈਸੇ ਪਏ ਸਨ।
ਉਸੇ ਦਿਨ ਤੋਂ ਹੀ ਮੈਨੂੰ ਸ਼ੱਕ ਹੋ ਗਿਆ ਸੀ ਮੈਨੂੰ ਮੇਰੀ ਭੈਣ ਤੇ, ਕਿ ਉਹ ਅਲਮਾਰੀ ਵਿੱਚ ਮੈਨੂੰ ਕਦੇ ਵੀ ਹੱਥ ਨਹੀਂ ਸੀ ਲਾਉਣ ਦਿੰਦੀ। ਫਿਰ ਜਦੋਂ ਮੇਰੀ ਭੈਣ ਤੇ ਅਸੀਂ ਘਰ ਆਏ ਹਾਂ ਤਾਂ ਮੈਂ ਆਪਣੀ ਭੈਣ ਨੂੰ ਥੋੜੀ ਜਿਹੀ ਖਿਚੜੀ ਖਵਾਈ ਅਤੇ ਉਸ ਨੂੰ ਦਵਾਈ ਦੇ ਕੇ ਲੰਬਾ ਪਾ ਦਿੱਤਾ। ਉਸ ਦਾ ਕਮਜ਼ੋਰੀ ਅਤੇ ਬੁਖਾਰ ਕਾਰਨ ਉਸ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਮੈਂ ਵੀ ਉਹੀ ਬਚੀ ਹੋਈ ਖਿਚੜੀ ਖਾ ਲਈ ਅਤੇ ਇਸੇ ਤਰ੍ਹਾਂ ਰਾਤ ਨੂੰ ਵੀ ਸੌਂ ਗਈ। ਜਦੋਂ ਅਗਲੀ ਸੁਬਾਹ ਹੋਈ ਤਾਂ ਮੈਂ ਘਰ ਦਾ ਕੰਮ ਕਰਿਆ ਤੇ ਖਾਣਾ ਵੀ ਬਣਾਇਆ, ਪਰ ਮੇਰੀ ਭੈਣ ਨੇ ਥੋੜੇ ਜਿਹੇ ਬ੍ਰੈਡ ਹੀ ਖਾਦੇ ਤੇ ਫਿਰ ਦਵਾਈ ਲੈ ਕੇ ਸੌਂ ਗਈ। ਸ਼ਾਇਦ ਦਵਾਈ ਵਿੱਚ ਨਸ਼ਾ ਸੀ, ਇਸ ਕਰਕੇ ਉਸ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਜਦੋਂ ਮੇਰੀ ਭੈਣ ਭੂਖ ਸੌਂ ਗਈ ਤਾਂ ਮੈਂ ਸੋਚਿਆ ਕਿ ਮੈਂ ਅੱਜ ਕੱਲੀ ਹੀ ਉਹਨਾਂ ਦੇ ਘਰ ਕੰਮ ਕਰਨ ਲਈ ਜਾਵਾਂਗੀ। ਮੈਂ ਚੁੱਪਚਾਪ ਉਸ ਸੇਠ ਦੇ ਘਰ ਕੰਮ ਕਰਨ ਲਈ ਚਲੀ ਗਈ। ਜਦੋਂ ਮੈਂ ਆਪਣਾ ਸਾਫ਼ ਸਫਾਈ ਦਾ ਕੰਮ ਕਰਿਆ ਤੇ ਘਰ ਆਉਣ ਲੱਗੀ ਤਾਂ ਘਰ ਦੀ ਮਾਲਕਣ ਨੇ ਕਿਹਾ ਕਿ ਮੇਰਾ ਕੰਮ ਕੌਣ ਕਰੇਗਾ। ਮੈਂ ਹੈਰਾਨ ਰਹਿ ਗਈ, ਆਖਿਰ ਉਸਦਾ ਅਜਿਹਾ ਕਿਹੜਾ ਕੰਮ ਸੀ। ਤਾਂ ਉਹ ਕਹਿਣ ਲੱਗੀ ਕਿ ਜਿਹੜਾ ਕੰਮ ਤੇਰੀ ਭੈਣ ਕਰਦੀ ਸੀ ਉਹ ਕੌਣ ਕਰੇਗਾ। ਤੇ ਮੈਨੂੰ ਕਿਹਾ ਕਿ ਤੂੰ ਆਪਣੀ ਭੈਣ ਨੂੰ ਨਾਲ ਨਹੀਂ ਲੈ ਕੇ ਆਈ। ਮੈਂ ਉਸ ਨੂੰ ਦੱਸਿਆ ਕਿ ਉਸਦੀ ਸਿਹਤ ਠੀਕ ਨਹੀਂ, ਜਦੋਂ ਠੀਕ ਹੋ ਜਾਵੇਗੀ ਉਦੋਂ ਹੀ ਉਹ ਕੰਮ ਤੇ ਆਵੇਗੀ। ਤਾਂ ਫਿਰ ਉਸਨੇ ਕਿਹਾ ਕਿ ਠੀਕ ਹੈ। ਤਾਂ ਮੈਂ ਸਠਾਣੀ ਨੂੰ ਕਿਹਾ ਕਿ ਤੁਹਾਡਾ ਕੰਮ ਮੈਂ ਕਰ ਦੇਵਾਂਗੀ। ਤਾਂ ਮੈਨੂੰ ਉਹ ਆਪਣੇ ਕਮਰੇ ਵਿੱਚ ਲੈ ਗਈ। ਕਮਰੇ ਦੀ ਵੱਡੀ ਲਾਈਟ ਬੰਦ ਕਰਕੇ ਛੋਟਾ ਜਿਹਾ ਬਲਬ ਜਗਾ ਲਿਆ। ਅੰਦਰ ਕਮਰੇ ਵਿੱਚ ਕਾਫੀ ਹਨੇਰਾ ਸੀ। ਮੈਂ ਬੈੱਡ ਦੇ ਉੱਪਰ ਬੈਠ ਗਈ ਅਤੇ ਉਹ ਆਪ ਬਾਥਰੂਮ ਵਿੱਚ ਚਲੀ ਗਈ। ਮੈਨੂੰ ਤਾਂ ਘਬਰਾਹਟ ਹੋ ਰਹੀ ਸੀ ਕਿ ਆਖਿਰ ਅਜਿਹਾ ਕਿਹੜਾ ਕੰਮ ਹੈ ਜੋ ਮੇਰੇ ਤੋਂ ਉਹ ਇਸ ਤਰ੍ਹਾਂ ਕਮਰੇ ਨੂੰ ਬੰਦ ਕਰਕੇ ਹੀ ਕਰਵਾਵੇਗੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਉਹ 10 ਕੁ ਮਿੰਟਾਂ ਤੋਂ ਜਦੋਂ ਬਾਥਰੂਮ ਵਿੱਚੋਂ ਆਈ ਤਾਂ ਉਸਦੇ ਨਾਈਟੀ ਪਾਈ ਹੋਈ ਸੀ। ਮੈਂ ਤਾਂ ਉਸਨੂੰ ਇਸ ਹਾਲਤ ਵਿੱਚ ਦੇਖ ਕੇ ਹੈਰਾਨ ਰਹਿ ਗਈ। ਉਸਨੇ ਆਉਂਦਿਆਂ ਸਾਰ ਹੀ ਕਮਰੇ ਦੀ ਗੇਟ ਨੂੰ ਕੁੰਡੀ ਲਗਾ ਕੇ ਬੰਦ ਕਰ ਲਿਆ ਤੇ ਫਿਰ ਇੱਕ ਸ਼ੀਸ਼ੀ ਲੈ ਕੇ ਜਦੋਂ ਮੇਰੇ ਕੋਲ ਆਈ ਤਾਂ ਮੈਂ ਘਬਰਾ ਗਈ ਕਿ ਉਹ ਮੇਰੇ ਤੋਂ ਇਸ ਸ਼ੀਸ਼ੀ ਨਾਲ ਕੀ ਕਰਵਾਵੇਗੀ। ਉਸਨੇ ਕਿਹਾ ਕਿ ਇਹ ਸ਼ੀਸ਼ੀ ਫੜ, ਇਸ ਵਿੱਚ ਤੇਲ ਹੈ ਤੇ ਲਗਾਤਾਰ ਬਿਨਾਂ ਰੁਕੇ ਮੇਰੇ ਪੂਰੇ ਸਰੀਰ ਮਾਲਿਸ਼ ਕਰ ਦੇ ਤੇ ਮੈਂ ਤੈਨੂੰ ਡਬਲ ਪੈਸੇ ਦੇਵਾਂਗੀ। ਮੈਂ ਤਾਂ ਹੈਰਾਨ ਸੀ ਕਿ ਉਹ ਮਾਲਿਸ਼ ਕਰਨ ਦੇ ਡਬਲ ਪੈਸੇ ਕਿਉਂ ਦੇਵੇਗੀ। ਫਿਰ ਉਸਨੇ ਮੇਰੇ ਤੋਂ ਬਿਨਾਂ ਰੁਕੇ ਪੂਰੇ 2 ਘੰਟੇ ਮਾਲਿਸ਼ ਕਰਵਾਈ। ਉਸ ਤੇਲ ਵਿੱਚੋਂ ਅਜੀਬ ਤਰ੍ਹਾਂ ਦੀ ਸਮੈਲ ਆ ਰਹੀ ਸੀ, ਜਿਸ ਕਾਰਨ ਮੇਰੀਆਂ ਅੱਖਾਂ ਵਿੱਚੋਂ ਪਾਣੀ ਡਿੱਗਣ ਲੱਗਿਆ ਤੇ ਮੈਂ ਪਸੀਨੋ ਪਸੀਨੀ ਹੋ ਗਈ। ਮੇਰਾ ਜ਼ੋਰ ਬਹੁਤ ਜ਼ਿਆਦਾ ਲੱਗ ਗਿਆ। ਇੰਨਾ ਜ਼ੋਰ ਲੱਗਿਆ ਕਿ ਮੈਂ ਪੂਰੀ ਤਰ੍ਹਾਂ ਥੱਕ ਚੁੱਕੀ ਸੀ। ਇੰਨੀ ਥਕਾਵਟ ਤਾਂ ਮੈਨੂੰ ਪੂਰੇ ਘਰ ਦਾ ਕੰਮ ਕਰਨ ਵਿੱਚ ਵੀ ਨਹੀਂ ਸੀ ਆਈ। ਹੁਣ ਮੈਂ ਸਮਝ ਗਈ ਸੀ ਕਿ ਮੇਰੀ ਭੈਣ ਦੀ ਹਾਲਤ ਇਸ ਕਮਰੇ ਵਿੱਚੋਂ ਨਿਕਲਣ ਤੋਂ ਬਾਅਦ ਇਸ ਤਰ੍ਹਾਂ ਦੀ ਕਿਉਂ ਹੁੰਦੀ ਸੀ। ਫਿਰ ਉਸ ਘਰ ਦੀ ਮਾਲਕਣ ਨੇ ਦੱਸਿਆ ਕਿ ਇਹ ਅਜੀਬ ਤਰ੍ਹਾਂ ਦੀ ਬਿਮਾਰੀ ਲੱਗੀ ਆ ਮੈਨੂੰ। ਜੇ ਮੈਂ ਮਾਲਿਸ਼ ਨਾ ਕਰਵਾਵਾਂ ਤਾਂ ਮੇਰੇ ਤੋਂ ਨਾ ਤਾਂ ਉੱਠਿਆ ਜਾਂਦਾ ਹੈ ਤੇ ਨਾ ਹੀ ਬੈਠਿਆ ਜਾਂਦਾ ਹੈ ਅਤੇ ਸਰੀਰ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ। ਹੁਣ ਮੈਂ ਸਮਝ ਗਈ ਸੀ ਕਿ ਇਹ ਕੰਮ ਕਰਨ ਲਈ ਮੇਰੀ ਭੈਣ ਦੀ ਕੀ ਮਜਬੂਰੀ ਸੀ। ਉਹ ਉਸ ਕੋਲੋਂ ਇੰਨੇ ਪੈਸੇ ਕਿੱਥੋਂ ਆਉਂਦੇ ਸਨ। ਉਹ ਮੇਰੀ ਖਾਤਰ ਹੀ ਇਹ ਕੰਮ ਕਰਦੀ ਸੀ ਤੇ ਆਪ ਹਰ ਦਰਦ ਆਪਣੇ ਸਰੀਰ ਤੇ ਝੱਲਦੀ ਸੀ। ਫਿਰ ਮਾਲਿਸ਼ ਕਰਦੇ ਹੋਏ ਮਾਲਕਣ ਨੇ ਮੇਰੇ ਨਾਲ ਆਪਣੇ ਬੇਟੇ ਵਾਲੀ ਗੱਲ ਵੀ ਕਰੀ ਅਤੇ ਮੈਨੂੰ ਕਿਹਾ ਕਿ ਮੈਨੂੰ ਤੇਰੀ ਭੈਣ ਨੇ ਸਾਰੀ ਗੱਲ ਦੱਸ ਦਿੱਤੀ ਹੈ, ਤੂੰ ਮੈਨੂੰ ਮੁਆਫ ਕਰ ਦੇ। ਜਦੋਂ ਮੈਂ ਉਸਦੇ ਮਾਲਿਸ਼ ਕਰਕੇ ਹਟੀ ਤਾਂ ਉਸਨੇ ਮੈਨੂੰ 500 ਦੇ 6 ਨੋਟ ਹੱਥ ਵਿੱਚ ਫੜਾ ਦਿੱਤੇ, ਕਿਉਂਕਿ ਉਸਦੇ ਕੋਲ ਪੈਸਾ ਬਹੁਤ ਸੀ ਅਤੇ ਉਹ ਆਪਣੀ ਬਿਮਾਰੀ ਦੇ ਇਲਾਜ ਲਈ ਕੁਝ ਵੀ ਕਰ ਸਕਦੀ ਸੀ। ਪਰ ਜਦੋਂ ਮੈਨੂੰ ਆਪਣੀ ਭੈਣ ਦੀ ਇਸ ਸੱਚਾਈ ਦਾ ਪਤਾ ਲੱਗਿਆ ਤਾਂ ਮੈਂ ਆਪਣੇ ਆਪ ਤੇ ਬਹੁਤ ਜ਼ਿਆਦਾ ਸ਼ਰਮਿੰਦਾ ਸੀ ਕਿ ਮੈਂ ਉਸਦੇ ਲਈ ਆਪਣੇ ਮਨ ਵਿੱਚ ਕਿਹੋ ਜਿਹੇ ਖਿਆਲ ਰੱਖਦੀ ਸੀ। ਹਾਂਜੀ, ਗਰੀਬੀ ਬੰਦੇ ਤੋਂ ਕੁਝ ਵੀ ਕਰਵਾ ਸਕਦੀ ਹੈ, ਕਿਉਂਕਿ ਆਪਣਾ ਢਿੱਡ ਭਰਨ ਦੇ ਲਈ ਬੰਦਾ ਹਰ ਇੱਕ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਉਹ ਨਾ ਚਾਹੁੰਦੇ ਹੋਏ ਵੀ ਉਹ ਕੰਮ ਕਰਨ ਲਈ ਤਿਆਰ ਹੁੰਦਾ ਹੈ। ਬਿਨਾਂ ਸੱਚਾਈ ਜਾਣੇ ਕਿਸੇ ਗੱਲ ਦਾ ਫੈਸਲਾ ਲੈਣਾ ਸਾਡੇ ਲਈ ਸਹੀ ਨਹੀਂ ਹੁੰਦਾ। ਪਹਿਲਾਂ ਸਭ ਤੋਂ ਸੱਚਾਈ ਜਾਣੋ, ਫਿਰ ਉਸ ਦਾ ਫੈਸਲਾ ਲਓ। ਹਾਂਜੀ, ਤੁਹਾਨੂੰ ਅੱਜ ਦੀ ਇਹ ਸਟੋਰੀ ਕਿਸ ਤਰ੍ਹਾਂ ਦੀ ਲੱਗੀ? ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਮਿਲਾਂਗੇ ਜੀ ਕਿਸੇ ਨਵੀਂ ਕਹਾਣੀ ਦੇ ਨਾਲ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।